ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਡਿੰਡਾਉਤ ਵੰਦਨ ਅਨੇਕ ਵਾਰ, ਸਰਬ ਕਲਾ ਸਮਰਥ। ਡੋਲਨ ਤੀ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਹੋਵੈ ਸਿਫਤ ਸਮਦੀ, ਨੂਰ ਅਰਸੋਂ ਕੁਰਸੋਂ ਝਟਿਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕਟਿਐ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨੀ ਬਾਜੀ, ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਦਾ ਖਾਸ ਸਰੂਪ ਸਾਧ ਸੰਗਤ ਜੀਓ। ਆਪ ਸਰਬੱਤ ਸਿੱਖ ਸੰਗਤ ਧੰਦਾ ਦੇ ਯੋਗ ਹੈ, ਵਧਾਈ ਦੀ ਪਾਤਰ ਹੈ ਸਮੁੱਚੀ ਸਿੱਖ ਸੰਗਤ, ਜੋ ਆਪ ਜੀ ਨੇ ਸਤਿਗੁਰਾਂ ਦੀ ਰਹਿਮਤ ਸਦਕਾ, ਸਤਿਗੁਰਾਂ ਦੀ ਅਪਾਰ ਕਿਰਪਾ ਸਦਕਾ ਅੰਮ੍ਰਿਤ ਵੇਲੇ ਉੱਠ ਕੇ ਤਨ ਦਾ ਇਸ਼ਨਾਨ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਸੋ ਵੱਡੇ ਭਾਗ ਨੇ ਸਾਧ ਸੰਗਤ ਜੀ। ਆਓ ਇਸ ਸਮੇਂ ਨੂੰ ਹੋਰ ਵੀ ਸੁਭਾਗਾ ਬਣਾ ਲਈਏ, ਆਪਣੀਆਂ ਮਨੋਵਿਰਤੀਆਂ ਨੂੰ ਕਰੀਏ ਇਕਾਗਰ, ਸਤਿਗੁਰਾਂ ਦਾ ਇੱਕ ਇੱਕ ਵਚਨ ਬੜੇ ਧਿਆਨ ਦੇ ਨਾਲ ਸੁਣਨਾ ਕਰੀਏ। ਜੋ ਅੱਜ ਦੇ ਵਚਨ ਆਪਾਂ ਰਲ ਮਿਲ ਕੇ ਸਾਂਝੇ ਕਰਾਂਗੇ, ਉਹ ਧੰਨ ਧੰਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ, ਉਹਨਾਂ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਨੇ। ਤੇ ਅੱਜ ਦੇ ਇਹਨਾਂ ਵਚਨਾਂ ਦੇ ਦੁਆਰਾ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਗੌੜੀ ਮਹਲਾ ਪੰਜਵਾ, ਤਾਂ ਕਾ ਦਰਸ ਪਾਈਐ ਬੜ ਭਾਗੀ, ਜਾ ਕੀ ਰਾਮ ਨਾਮ ਲਿਵ ਲਾਗੀ। ਗੌੜੀ ਮਹਲਾ ਪੰਜਵਾ। ਤਾਂ ਕਾ ਦਰਸ ਪਾਈਐ ਬੜ ਭਾਗੀ, ਜਾ ਕੀ ਰਾਮ ਨਾਮ ਲਿਵ ਲਾਗੀ। ਗੌੜੀ ਰਾਗ ਦੇ ਵਿੱਚ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ, ਉਚਾਰਨ ਕੀਤੇ ਹੋਏ ਬਚਨ। ਪਾਤਸ਼ਾਹ ਸ਼ਬਦ ਦੀ ਸ਼ੁਰੂਆਤ ਇਹਨਾਂ ਬਚਨਾਂ ਦੇ ਨਾਲ ਕਰਦੇ ਨੇ, ਜੋ ਇਸ ਸ਼ਬਦ ਦੀਆਂ ਰਹਾਉ ਵਾਲੀਆਂ ਪੰਕਤੀਆਂ ਨੇ। ਉਹਨਾਂ ਦੇ ਦੁਆਰਾ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਜਾ ਕੈ ਹਰ ਵਸਿਆ ਮਨ ਮਾਹੀ, ਤਾਂ ਕੋ ਦੁਖਾ ਸੁਪਨੈ ਭੀ ਨਾਹੀ ਰਹਾਉ। ਜਾ ਕੈ ਹਰ ਵਸਿਆ ਮਨ ਮਾਹੀ, ਤਾਂ ਕੋ ਦੁਖ ਸੁਪਨੈ ਭੀ ਨਾਹੀ। ਮਾਹੀ ਦਾ ਭਾਵ ਹੁੰਦਾ ਹੈ ਵਿੱਚ, ਤਾਕੂ ਦਾ ਭਾਵ ਹੁੰਦਾ ਹੈ ਉਸ ਮਨੁੱਖ ਨੂੰ
ਸਤਿਗੁਰੂ ਅਰਜਨ ਦੇਵ ਮਹਾਰਾਜ ਇਹਨਾਂ ਰਹਾਉ ਵਾਲੀਆਂ ਪੰਕਤੀਆਂ ਦੇ ਦੁਆਰਾ ਬਖਸ਼ਿਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ, ਹੀ ਭਾਈ, ਜਿਸ ਮਨੁੱਖ ਦੇ ਮਨ ਵਿੱਚ ਸਦਾ ਪਰਮਾਤਮਾ ਦਾ ਨਾਮ ਵਸਿਆ ਰਹਿੰਦਾ, ਉਸ ਮਨੁੱਖ ਨੂੰ ਕਦੇ ਸੁਪਨੇ ਵਿੱਚ ਵੀ ਕੋਈ ਦੁੱਖ ਨਹੀਂ ਪਹੁੰਚ ਸਕਦਾ। ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਨਹੀਂ ਆ ਸਕਦਾ। ਜਿਸ ਮਨੁੱਖ ਦੇ ਮਨ ਵਿੱਚ ਸਦਾ ਪਰਮਾਤਮਾ ਦਾ ਨਾਮ ਵਸਿਆ ਰਹਿੰਦਾ ਹੈ, ਭਾਵ ਜਿਹੜੇ ਮਨੁੱਖ ਪਰਮਾਤਮਾ ਦੇ ਨਾਮ ਦੀ ਕਮਾਈ ਕਰਦੇ ਨੇ, ਸਿਮਰਨ ਕਰਦੇ ਨੇ, ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਦੁੱਖ ਨਹੀਂ ਆਉਂਦਾ। ਫਿਰ ਸਾਨੂੰ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਇਹੀ ਅਰਦਾਸ ਬੇਨਤੀ ਕਰਨੀ ਚਾਹੀਦੀ ਹੈ। ਆਪਾਂ ਰੋਜ਼ਾਨਾ ਹੀ ਬੇਨਤੀ ਕਰਦੇ ਹਨ ਕਿ ਸਤਿਗੁਰੂ ਕਿਰਪਾ ਕਰਨ, ਆਪਣੇ ਦਰੋਂ ਘਰੋਂ ਨਾਮ ਦੀ ਦਾਤ ਬਖਸ਼ਿਸ਼ ਕਰਨ। ਤੇ ਸਤਿਗੁਰੂ ਰਾਮਦਾਸ ਮਹਾਰਾਜ ਸਾਹਿਬ ਜੀ ਦੇ ਬਚਨ ਨੇ ਗੁਜਰੀ ਰਾਗ ਦੇ ਵਿੱਚ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਪਾਤਸ਼ਾਹ ਕਹਿੰਦੇ, ਹੋ ਦਇਆਲ ਮੇਰਾ ਮਨ ਲਾਭੋ, ਹਉ ਆਂਡਨ ਰਾਮ ਨਾਮ ਨਿਤ ਧਿਆਈ। ਹੁਣ ਆਪਾਂ ਅਰਦਾਸ ਬੇਨਤੀ ਸਤਿਗੁਰਾਂ ਦੇ ਚਰਨਾਂ ਵਿੱਚ ਕਰਾਂਗੇ। ਸਾਨੂੰ ਸਾਰਿਆਂ ਨੂੰ ਇਹ ਬੇਨਤੀ ਕਰਨੀ ਚਾਹੀਦੀ ਹੈ। ਕਿਹੜੀ ਬੇਨਤੀ? ਕਿ ਹੋ ਦਇਆਲ ਮੇਰਾ ਮਨ ਲਾਭੋ, ਹਉ ਆਂਡਨ ਰਾਮ ਨਾਮ ਨਿਤ ਧਿਆਈ। ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਮੇਰੇ ਉੱਤੇ ਕਿਰਪਾਲੂ ਹੋਵੋ, ਦਇਆਵਾਨ ਹੋਵੋ, ਮੇਰਾ ਮਨ ਆਪਣੇ ਚਰਨਾਂ ਵਿੱਚ ਜੋੜੀ ਰੱਖੋ। ਬਸ ਮੇਰਾ ਮਨ ਆਪ ਹੀ ਦੇ ਚਰਨਾਂ ਦੇ ਵਿੱਚ ਜੁੜਿਆ ਰਹੇ। ਮੈਂ ਹਰ ਵੇਲੇ ਸਦਾ ਤੇਰਾ ਨਾਮ ਸਿਮਰਦਾ ਰਵਾਂ। ਆਹੀ ਅਰਦਾਸ ਬੇਨਤੀ ਅਸੀਂ ਸਤਿਗੁਰਾਂ ਦੇ ਚਰਨਾਂ ਵਿੱਚ ਕਰਨੀ ਹੈ। ਪਾਤਸ਼ਾਹ ਕਹਿੰਦੇ, ਸਭ ਸੁਖ ਸਭ ਗੁਣ ਸਭ ਨਿਧਾਨ, ਹਰ ਜਿਤ ਜਪਿਆ ਦੁਖ ਭੁਗ ਸਭ ਲਹਿ ਜਾਈ। ਪਾਤਸ਼ਾਹ ਕਹਿੰਦੇ, ਹੀ ਮੇਰੇ ਮਨਾ, ਸਾਰੇ ਸੁੱਖ ਸਾਰੇ ਖਜ਼ਾਨੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਪਾਸ ਨਹੀਂ। ਸਭ ਕੁਝ ਦੇਣ ਵਾਲਾ ਉਹ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਤੇ ਜਿਸ ਉਸ ਪਰਮਾਤਮਾ ਦਾ ਨਾਮ ਜਪਿਆ ਸਾਰੇ ਦੁੱਖ ਦੂਰ ਹੋ ਜਾਂਦੇ ਨੇ। ਮਾਇਆ ਦੀ ਸਾਰੀ ਭੁੱਖ ਲੈ ਜਾਂਦੀ ਹੈ ਜੇ ਪਰਮਾਤਮਾ ਦੇ ਨਾਮ ਦੀ ਕਮਾਈ ਕੀਤੀ ਜਾਵੇ, ਪਰਮਾਤਮਾ ਦਾ ਨਾਮ ਜਪਿਆ ਜਾਵੇ। ਪਾਤਸ਼ਾਹ ਕਹਿੰਦੇ, ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ, ਗੁਰਮਤਿ ਰਾਮ ਨਾਮ ਜਸ ਗਾਵਾ, ਅੰਤ ਬੇਲੀ ਦਰਗਾਹ ਲੈ ਸੜਾਈ। ਪਰਮਾਤਮਾ ਦਾ ਨਾਮ ਐਡਾ ਸੁਖਦਾਈ ਹੈ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ, ਮਨ ਮੇਰੇ ਮੇਰਾ ਰਾਮ ਨਾਮ ਸਖਾ ਹਰ ਭਾਈ। ਹੀ ਮੇਰੇ ਮਨਾ, ਪਰਮਾਤਮਾ ਦਾ ਨਾਮ ਮੇਰਾ ਮਿੱਤਰ ਹੈ, ਮੇਰਾ ਭਰਾ ਹੈ। ਹੁਣ ਜਿਹੜੇ ਮਿੱਤਰ ਹੁੰਦੇ ਨੇ ਉਹ ਔਖੇ ਵੇਲੇ ਕੰਮ ਆਉਂਦੇ ਨੇ ਨਾ। ਭਰਾ ਹੁੰਦਾ ਦੁੱਖ ਦੀ ਘੜੀ ਵਿੱਚ ਸ਼ਾਮਲ ਹੋ ਜਾਂਦਾ, ਨਾਲ ਖੜ ਜਾਂਦਾ। ਤੇ ਪਰਮਾਤਮਾ ਦਾ ਨਾਮ ਵੀ ਸਤਿਗੁਰੂ ਕਹਿੰਦੇ ਮੇਰਾ ਮਿੱਤਰ ਤੇ ਮੇਰਾ ਭਾਈ ਹੈ, ਔਖੇ ਸਮੇਂ ਮੇਰੀ ਸਹਾਇਤਾ ਕਰਨ ਵਾਲਾ ਹੈ। ਗੁਰਮਤਿ ਰਾਮ ਨਾਮ ਜਸ ਗਾਵਾ, ਅੰਤ ਬੇਲੀ ਦਰਗਾਹ ਲੈ ਸੜਾਈ। ਸਤਿਗੁਰੂ ਕਹਿੰਦੇ ਮੈਂ ਗੁਰੂ ਦੀ ਸਿੱਖਿਆ ਲਈ, ਮੈਂ ਗੁਰੂ ਦੀ ਸਿੱਖਿਆ ਦੀ ਬਰਕਤ ਦੇ ਨਾਲ ਪਰਮਾਤਮਾ ਦੀ ਸਿਫਤ ਸਲਾਹ ਦੇ ਗੀਤ ਗਾਉਂਦਾ ਹਾਂ। ਤੇ ਆਖਰੀ ਵੇਲੇ ਪਰਮਾਤਮਾ ਦਾ ਨਾਮ ਹੀ ਮਦਦਗਾਰ ਬਣਦਾ ਹੈ ਮਨੁੱਖ ਦਾ। ਅੰਤ ਵੇਲੇ ਸਹਾਈ ਹੁੰਦਾ ਹੈ ਪਰਮਾਤਮਾ ਦਾ ਨਾਮ। ਜਦੋਂ ਅਸੀਂ ਪਰਮੇਸ਼ਰ ਦੀ ਬੰਦਗੀ ਕਰਾਂਗੇ,
परमात्मा दा नाम साडा मददगार बनेगा। परमेश्वर की हजूरी विच नाम ही सानू सुरखरू कराउण वाला है, सारियां बंधनां तो छुटकारा दिवाउण वाला है। पातशाह कहंदे तू आपे दाता प्रभ अंतरजामी, कर कृपा लोच मेरे मन लाई। हे परमात्मा, तू आप ही सब दाता देण वाला है, तू आप ही सबना दा मालक है, तू आप ही सब दी दिल दी जानन वाला है, तू आप ही मेहर करके मेरे मन विच अपनी भगती दी तांग पैदा कीती है। पातशाह कहंदे मैं मन तन लोच लगी हर सेती, प्रभ लोच पूरी सतगुर सरनाई। मेरे मन विच मेरे हिरदे दे विच परमात्मा दे नाल मिलाप दी तांग पैदा होई है ते परमात्मा ने मैनू सतगुरु दी शरण पा के मेरी तांग ही पूरी कर दी, मेरी इच्छा भी पूरी कर दी। मानस जन्म पुन कर पाया बिन नावै धरग धरग बिरथा जाई। सतगुरु रामदास महाराज कहते भाई मनुखा जन्म बड़ी किस्मत दे नाल प्राप्त होंदा है। बहुत सारियां जूनां दे विचों गुजर के फिर किते चंगे भागां दे करके मनुखा शरीर मिलता है। पर परमात्मा दा नाम सिमर तो बिना ये मनुखा शरीर फिटकारयोग है, लांतयोग है। सतगुरु रामदास महाराज कहते ते परमात्मा दे नाम तो बिना ये बिरथा चलिया जाता है, जिमें आया उमें चलिया गया। नाम बिना रस कस दुख पावै, मुख फीका थोका थूक मुख पाई। सतगुरु रामदास महाराज कहते परमेश्वर का नाम भुला के दुनिया के अनेकों किस्म के पदार्थ मनुख खांदा रहिंदा है, बहुत तरह के भोजन सकदा रहिंदा है मनुख, ते दुखां नूं सहेड़दा रहिंदा है। परमात्मा नूं भुला के ये मनुख अपने मुख तो दूसरियां लोकां नूं फिक्के वचन बोलदा रहिंदा है। जदों दूजियां नूं फिक्के वचन बोलदा, कौड़े वचन बोलदा है, ते सारी लुकाई उन्होंने फिटकारा पाउंदी है उस मनुख नूं जिहड़ा दूसरिਆਂ नूं फिक्के वचन बोलदा रहिंदा है। ते सतगुरु अर्जन देव महाराज साहब कहंदे जाके हर बसिया मन माही तांको दोख सुपने भीना नहीं। सतगुरु कहंदे भाई जिस मनुख दे मन विच परमात्मा दा नाम वसिया रहिंदा है ना, उस मनुख नूं कदे सुपने विच भी कोई दुख नहीं लग सकता, सुपने दे विच भी कोई दुख पो नहीं सकता उस मनुख नूं। ते सब दी शुरुआत गुरु पातशाह करदे ने कि तांका दर्श पाइए बड़ भागी, जाकी राम नाम लिव लागी। हे भाई जिस मनुख दी लगन परमात्मा दे नाम दे विच लगी रहिंदी है, भाव जिहड़ा मनुख परमात्मा दे नाम दी कमाई करदा रहिंदा है, उसदा दर्शन बड़े भागां दे नाल मिलदा है। ते परमात्मा दी बंदगी करन वालियां दे दर्शन भी करने चाहिए ने, क्योंकि जिहो जी असीं संगत करदे हां ना गुरमुखो, उहदा साडे ते असर जरूर पैंदा है। जेकर असीं नशे करन वालियां दी संगत करन लागे, भाव कोई शराब दा नशा करदा है, साडा संग उहदे नाल हो गया ते असीं गुरमुखो बहुता चिर बच के नहीं रवांगे। सानू भी वो आदत पै जानी है जिहदा असीं संग कर रहे हैं। सो जिहो जिहा असीं संग करांगे ना, साडे ते ओहो जिहा रंग चढ़ जाता है। जे असीं परमात्मा परमेश्वर की बंदगी करन वालियां दी संगत करांगे
ਤੇ ਸਾਨੂੰ ਆਦਤ ਪੈ ਜਾਣੀ ਹੈ ਪ੍ਰਮਾਤਮਾ ਦੀ ਬੰਦਗੀ ਕਰਨ ਦੀ, ਪ੍ਰਮਾਤਮਾ ਦੇ ਨਾਮ ਦੀ ਕਮਾਈ ਕਰਨ ਦੀ। ਤੇ ਦਰਸ਼ਨ ਵੀ ਉਹਨਾਂ ਦੇ ਸਾਨੂੰ ਕਰਨੇ ਚਾਹੀਦੇ ਨੇ ਜਿਸ ਮਨੁੱਖ ਦੀ ਲਗਨ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੱਗੀ ਹੋਵੇ, ਜਿਹੜਾ ਮਨੁੱਖ ਆਪ ਬੰਦਗੀ ਦੇ ਨਾਲ ਜੁੜਿਆ ਹੋਵੇ, ਬਾਣੀ ਪੜ੍ਹਨ ਵਾਲਾ ਹੋਵੇ, ਬਾਣੀ ਦਾ ਰਸੀਆ ਹੋਵੇ, ਨਾਮ ਦਾ ਰਸੀਆ ਹੋਵੇ, ਉਸ ਮਨੁੱਖ ਦੇ ਦਰਸ਼ਨ ਕਰਨੇ ਚਾਹੀਦੇ ਨੇ। ਤੇ ਦਰਸ਼ਨ ਵੀ ਫਿਰ ਵੱਡੇ ਭਾਗਾਂ ਦੇ ਨਾਲ ਪ੍ਰਾਪਤ ਹੁੰਦੇ ਨੇ ਐਸੇ ਮਨੁੱਖਾਂ ਦੇ ਦਰਸ਼ਨ। ਤਾਂ ਕਾ ਦਰਸ ਪਾਈਏ ਬੜ ਭਾਗੀ, ਜਾ ਕੀ ਰਾਮ ਨਾਮ ਲਿਵ ਲਾਗੀ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ਿਸ਼ ਕਰਦੇ ਨੇ, ਸਰਬ ਨਿਧਾਨ ਰਾਖੈ ਜਨ ਮਾਹੀ, ਤਾਂ ਕੈ ਸੰਗ ਕਿਲ ਬਿਖ ਦੁਖ ਜਾਹੀ। ਸਰਬ ਨਿਧਾਨ ਰਾਖੈ ਜਨ ਮਾਹੀ, ਤਾਂ ਕੈ ਸੰਗ ਕਿਲ ਬਿਖਾ ਦੁਖ ਜਾਹੀ। ਨਿਧਾਨ ਦਾ ਭਾਵ ਹੁੰਦਾ ਹੈ ਖਜ਼ਾਨੇ, ਕਿਲ ਬਿਖ ਦਾ ਭਾਵ ਹੁੰਦਾ ਹੈ ਪਾਪ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਇਹਨਾਂ ਬਚਨਾਂ ਦੇ ਦੁਬਾਰਾ ਬਖਸ਼ਿਸ਼ ਕਰਦੇ ਨੇ ਕਿ ਸਤਿਗੁਰੂ ਕਹਿੰਦੇ, ਹੇ ਭਾਈ, ਨਾਮ ਦੀ ਲਗਨ ਵਾਲੇ ਸੇਵਕ ਦੇ ਹਿਰਦੇ ਵਿੱਚ ਪਰਮਾਤਮਾ ਸਾਰੇ ਆਤਮ ਗੁਣਾਂ ਦੇ ਖਜ਼ਾਨੇ ਪਾ ਕੇ ਰੱਖਦਾ ਹੈ। ਜਿਹਦੀ ਲਗਨ ਪਰਮਾਤਮਾ ਦੇ ਨਾਮ ਦੇ ਵਿੱਚ ਜੁੜਦੀ ਹੈ ਨਾ, ਉਸ ਮਨੁੱਖ ਦੇ ਅੰਦਰ ਪਰਮਾਤਮਾ ਕਿਰਪਾ ਕਰਕੇ ਸਾਰੇ ਗੁਣ ਪੈਦਾ ਕਰ ਦਿੰਦਾ ਹੈ। ਆਤਮ ਗੁਣਾਂ ਦੇ ਖਜ਼ਾਨੇ ਪਾ ਕੇ ਰੱਖਦਾ ਹੈ ਪਰਮਾਤਮਾ ਉਸ ਮਨੁੱਖ ਦੇ ਵਿੱਚ, ਜਿਹਦੀ ਲਗਨ ਪਰਮਾਤਮਾ ਦੇ ਨਾਮ ਦੇ ਵਿੱਚ ਲੱਗੀ ਹੋਈ ਹੈ। ਅਜਿਹੇ ਸੇਵਕ ਦੀ ਸੰਗਤ ਵਿੱਚ ਰਿਹਾ ਪਾਪ ਤੇ ਦੁੱਖ ਸਾਰੇ ਦੂਰ ਹੋ ਜਾਂਦੇ ਨੇ। ਜੇ ਅਸੀਂ ਐਸੇ ਮਨੁੱਖਾਂ ਦਾ ਸੰਗ ਕਰੀਏ ਜਿਹੜੇ ਆਪ ਨਾਮ ਜਪਦੇ ਹੋਣ, ਹੋਰਾਂ ਨੂੰ ਨਾਮ ਜਪਣ ਦਾ ਉਪਦੇਸ਼ ਦਿੰਦੇ ਹੋਣ, ਜੇ ਉਹਨਾਂ ਦੀ ਸੰਗਤ ਕਰੀਏ ਨਾ ਅਸੀਂ, ਤੇ ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਹਨਾਂ ਦਾ ਸੰਗ ਕਰਕੇ ਸਾਡੇ ਪਾਪ ਤੇ ਸਾਡੇ ਦੁੱਖ ਸਾਰੇ ਦੂਰ ਹੋ ਜਾਂਦੇ ਨੇ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ਿਸ਼ ਕਰਦੇ ਨੇ, ਜਨ ਕੀ ਮਹਿਮਾ ਕਥੀ ਨਾ ਜਾਹੀ, ਪਾਰ ਬ੍ਰਹਮ ਜਨ ਰਹਿਆ ਸਮਾਏ। ਜਨ ਕੀ ਮਹਿਮਾ ਕਥੀ ਨਾ ਜਾਏ, ਪਾਰ ਬ੍ਰਹਮ ਜਨ ਰਹਿਆ ਸਮਾਏ। ਮਹਿਮਾ ਦਾ ਭਾਵ ਹੁੰਦਾ ਸਾਧ ਸੰਗਤ ਜੀ ਵਡਿਆਈ, ਆਤਮਿਕ ਉੱਚਤਾ। ਜਨ ਦਾ ਭਾਵ ਹੁੰਦਾ ਸੇਵਕ, ਪਰਮਾਤਮਾ ਦੀ ਬੰਦਗੀ ਦੇ ਨਾਲ ਜੁੜਿਆ ਹੋਇਆ। ਪਾਤਸ਼ਾਹ ਕਹਿੰਦੇ, ਜਨ ਕੀ ਮਹਿਮਾ ਕਥੀ ਨਾ ਜਾਏ, ਪਾਰ ਬ੍ਰਹਮ ਜਨ ਰਹਿਆ ਸਮਾਏ। ਹੇ ਭਾਈ, ਇਹੋ ਜਿਹੇ ਸੇਵਕ ਦੀ ਆਤਮਿਕ ਉੱਚਤਾ ਬਿਆਨ ਨਹੀਂ ਕੀਤੀ ਜਾ ਸਕਦੀ। ਜਿਹੜਾ ਪਰਮਾਤਮਾ ਦੀ ਬੰਦਗੀ ਦੇ ਨਾਲ ਮਨੁੱਖ ਜੁੜਿਆ ਹੋਇਆ, ਜਿਹੜੇ ਪਰਮਾਤਮਾ ਦੀ ਨਾਮ ਦੀ ਕਮਾਈ ਕਰਦੇ ਨੇ, ਸਿਮਰਨ ਕਰਦੇ ਨੇ, ਜਿਹੜੇ ਉਹਨਾਂ ਦੀ ਜੋ ਆਤਮਿਕ ਉੱਚਤਾ ਹੈ ਨਾ, ਉਹਨਾਂ ਦੀ ਜੋ ਵਡਿਆਈ ਹੈ, ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਉਸ ਵਡਿਆਈ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਸੇਵਕ ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਸਭ ਜੀਵਾਂ ਦੇ ਵਿੱਚ ਵਿਆਪਕ ਹੈ। ਪਰਮਾਤਮਾ ਦੀ ਬੰਦਗੀ ਕਰਕੇ ਮਨੁੱਖ ਪਰਮਾਤਮਾ ਦੇ ਨਾਲ ਅਭੇਦ ਹੋ ਜਾਂਦਾ ਹੈ, ਪਰਮਾਤਮਾ ਦਾ ਰੂਪ ਬਣ ਜਾਂਦਾ ਹੈ। ਉਹ ਮਨੁੱਖ ਆ ਜੋ ਪਰਮਾਤਮਾ ਸਭ ਜੀਵਾਂ ਦੇ ਵਿੱਚ ਵਿਆਪਕ ਹੈ। ਕਰ ਕਿਰਪਾ ਪ੍ਰਭ ਬਿਨੋ ਸੁਣੀਜੈ, ਦਾਸ ਕੀ ਧੂਰ ਨਾਨਕ ਕਹੋ ਦੀਜੈ। ਕਰ ਕਿਰਪਾ ਪ੍ਰਭ ਬਿਨੋ ਸੁਣੀਜੈ, ਦਾਸ ਕੀ ਧੂਰ ਨਾਨਕ ਕਹੋ ਦੀਜੈ। ਇਸ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ
सतगुरु अर्जन देव महाराज साहिब बख्शे करते ने। पातशाह कहते ही नानक आख हे अकाल पुरख वाहिगुरु परमेश्वर मेरी बेनती सुना, मेहर करके मैनू नानक नूं अपने अजिहे सेवक के चरनां दी धूड़ दे, जिहड़े आप नाम जपदे ने होरां नूं नाम जपण दा उपदेश दिंदे ने। ऐसे सेवकां दी धूड़ तेरा नास नानक मंगदा है। अगे सतगुरु अर्जन देव महाराज साहिब फिर बख्शे करते ने। गौड़ी महला पंजवा हर सिमरत तेरी जाई बलाही, सर्ब कल्याण बसह मन आही। गौड़ी महला पंजवा हर सिमरत तेरी जाए बलाए, सर्ब कल्याण बसह मन आए। सतगुरु अर्जन देव महाराज शब्द की शुरुआत इन्हां वचनां दे नाल करदे ने, जो ये शब्द दियां रहाओ वालियां पंक्तियां ने। उन्हां दे द्वारा गुरु पातशाह की बख्श करदे ने। भज मन मेरे एको नाम, जी तेरे कै आवे काम रहाओ। भज मन मेरे एको नाम, जी तेरे कै आवे काम रहाओ। मन मेरे दा भाव हुंदा है हे मेरे मना, जी कै दा काम दा भाव हुंदा है जिंद दे काम, शरीर दे काम आउण वाला। पातशाह कहंदी ही मेरे मना, एक परमात्मा दा ही नाम सिमरदा रहे बस। ही मेरे मना एक परमात्मा दा ही नाम सिमरदा रहे, ये नाम ही तेरी जिंद दे काम आवेगा। औखे समय तैनों सुरखरू करेगा ये नाम। ते सब दी शुरुआत गुरु पातशाह करते ने कि हर सिमरत तेरी जाए भलाए, सर्ब कल्याण बसै मन आए। सतगुरु कहने हे भाई, परमात्मा दा सिमरन करदियां तेरी वैरन माया डैन तैथों परे हट जाएगी। आ जो माया तेरी वैरन है ना, ये तैथों पासे हो जाएगी जदों तू परमात्मा की बंदगी दे नाल जुड़न लग पिया। हे भाई, परमात्मा दा सिमरन करदियां तेरी वैरन माया डैन तैथों परे हट जाएगी। जे परमात्मा का नाम तेरे मन विच आ बसे तां तेरे अंदरों सारे दुख दूर हो जाणगे, तेरे मन विच आके सारे दुनिया के सुख वस पैणगे। जे परमात्मा की बंदगी करदा रहे। अगे सतगुरु अर्जन देव महाराज साहिब फिर बख्शे करते ने। रैन दिन सगुण गाओ अनंता, गुरपुरी का निर्मल मनता। रैन दिनस गुण गाओ अनंता, गुरपुरी का निर्मल मनता। रैन का भाव हुंदा है रात, गुण अनंता का भाव हुंदा है बेअंत परमेश्वर के गुण। निर्मल का भाव हुंदा है पवित्र, मनता का भाव हुंदा है उपदेश। सतगुरु अर्जन देव महाराज इन्हां वचनां दे द्वारा बख्श करते ने। पातशाह कहंदे हे भाई, पूरे गुरु का उपदेश लै, भाव गुरु के उपदेश नूं अपने हिरदे घर दे विच लेके आ। फिर जदों गुरु का उपदेश, गुरु की सिक्ख्या तेरे घर हिरदे घर विच आ गई, फिर तू की करना, दिन रात एक कर देनी है।
ਦਿਨ ਰਾਤ ਇੱਕ ਕਰਕੇ ਬੇਅੰਤ ਪਰਮਾਤਮਾ ਦੀ ਫਿਰ ਗੁਣ ਗਾਉਣੇ ਸ਼ੁਰੂ ਕਰਦੇ। ਗੁਰੂ ਦੀ ਸਿੱਖਿਆ ਨੂੰ ਆਪਣੇ ਹਿਰਦੇ ਘਰ ਵਿੱਚ ਲੈ ਕੇ ਆਉਣਾ ਤੇ ਦਿਨ ਰਾਤ 8 ਪਹਿਰ ਉਸ ਪਰਮਾਤਮਾ ਦੇ ਗੁਣ ਗਾਉਣੇ ਸ਼ੁਰੂ ਕਰਦੇ। ਪਾਤਸ਼ਾਹ ਕਹਿੰਦੇ ਅੱਗੇ ਸਤਿਗੁਰੂ ਫਿਰ ਬਖਸ਼ ਕਰਦੇ ਨੇ, ਸੋੜ ਉਪਾਬ ਏਕ ਟੇਕਾ ਰਾਖ, ਮਹਾ ਪਦਾਰਥ ਅਮਰਤ ਰਸ ਚਾਖ। ਸੋੜ ਉਪਾਬ ਏਕ ਟੇਕ ਰਾਖ, ਮਹਾ ਪਦਾਰਥ ਅਮਰਤ ਰਸ ਚਾਖ। ਉਪਾਬ ਦਾ ਭਾਵ ਹੁੰਦਾ ਹੈ ਅਪਾਓ, ਟੇਕ ਦਾ ਭਾਵ ਹੁੰਦਾ ਹੈ ਆਸਰਾ, ਮਹਾ ਪਦਾਰਥ ਦਾ ਭਾਵ ਹੁੰਦਾ ਹੈ ਸਭ ਤੋਂ ਸ੍ਰੇਸ਼ਟ ਪਦਾਰਥ। ਸਤਿਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਹੇ ਭਾਈ, ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ ਲਈ ਹੋਰ ਸਾਰੇ ਹੀਲੇ ਛੱਡ ਦੇ। ਬਸ ਸੰਸਾਰ ਤੋਂ ਪਾਰ ਲੰਘਣ ਲਈ ਹੋਰ ਸਾਰੇ ਹੀਲੇ ਛੱਡ ਦੇ ਤੇ ਇੱਕ ਪਰਮਾਤਮਾ ਦੇ ਨਾਮ ਦਾ ਆਸਰਾ ਲੈ ਕੇ ਰੱਖ ਆਪਣੇ ਮਨ ਦੇ ਵਿੱਚ, ਵੀ ਇੱਕ ਪਰਮਾਤਮਾ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਾਉਣ ਵਾਲਾ ਹੈ, ਆਤਮਿਕ ਜੀਵਨ ਦੇਣ ਵਾਲਾ, ਨਾਮ ਰਸ ਚੱਖ। ਇਹੀ ਸਭ ਪਦਾਰਥਾਂ ਤੋਂ ਸ੍ਰੇਸ਼ਟ ਪਦਾਰਥ ਹੈ ਪਰਮਾਤਮਾ ਦਾ ਨਾਮ। ਅੱਗੇ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਫਿਰ ਬਖਸ਼ ਕਰਦੇ ਨੇ, ਬਿਖਮ ਸਾਗਰ ਤੇਈ ਜਨ ਤਾਰੇ, ਨਾਨਕ ਤਾਂ ਕੋ ਨਦਰ ਕਰੇ। ਬਿਖਮ ਸਾਗਰ ਤੇਈ ਜਨ ਤਾਰੇ, ਨਾਨਕ ਜਾ ਕੋ ਨਦਰ ਕਰੇ। ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਸ਼ਬਦ ਦੀਆਂ ਲਾਸਟ ਪੰਕਤੀਆਂ ਦੇ ਵਿੱਚ ਬਖਸ਼ ਕਰਦੇ ਨੇ। ਪਾਤਸ਼ਾਹ ਕਹਿੰਦੇ, ਇਹ ਨਾਨਕ ਉਹੀ ਮਨੁੱਖ ਔਖੇ ਸੰਸਾਰ ਸਮੁੰਦਰ ਤੋਂ ਆਤਮਿਕ ਪੂੰਜੀ ਲੈ ਕੇ ਸਮੇਤ ਪਾਰ ਲੰਘਦੇ ਨੇ, ਜਿਨ੍ਹਾਂ ਤੇ ਪਰਮਾਤਮਾ ਆਪ ਮਿਹਰ ਦੀ ਨਜ਼ਰ ਕਰਦਾ ਹੈ। ਬਚਨ ਰਿਪੀਟ ਕਰ ਦਈਏ। ਪਾਤਸ਼ਾਹ ਕਹਿੰਦੇ, ਹੇ ਨਾਨਕ ਉਹੀ ਮਨੁੱਖ ਔਖੇ ਸੰਸਾਰ ਸਮੁੰਦਰ ਤੋਂ ਆਤਮਿਕ ਪੂੰਜੀ ਸਮੇਤ ਪਾਰ ਲੰਘਦੇ ਨੇ, ਜਿਨ੍ਹਾਂ ਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ। ਮਿਹਰ ਦੀ ਨਜ਼ਰ ਪਰਮਾਤਮਾ ਉਹਨਾਂ ਤੇ ਕਰਦਾ ਹੈ ਜਿਹੜੇ ਆਪ ਪਰਮੇਸ਼ਰ ਦੀ ਬੰਦਗੀ ਦੇ ਨਾਲ ਜੁੜੇ ਹੋਣ। ਉਹਨਾਂ ਮਨੁੱਖਾਂ ਤੇ ਪਰਮਾਤਮਾ ਮਿਹਰ ਦੀ ਨਜ਼ਰ ਕਰਦਾ ਹੈ। ਇਸੇ ਬਚਨ ਸਤਿਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੇ। ਤੇ ਇੱਥੇ ਅੱਜ ਆਪਾਂ ਸਮਾਪਤੀ ਕਰ ਦਾਂਗੇ। ਕੱਲ ਤੋਂ ਫਿਰ ਅਗਲੇ ਵਚਨਾਂ ਦੇ ਨਾਲ ਸਾਂਝ ਪਾਵਾਂਗੇ। ਇੱਥੋਂ ਤੱਕ ਸਤਿਗੁਰਾਂ ਦੇ ਵਚਨ ਸਾਂਝੇ ਕਰਦਿਆਂ ਤੋਂ ਬਹੁਤ ਸਾਰੀਆਂ ਭੁੱਲਾਂ ਚੁੱਕਾਂ ਰਹਿ ਗਈਆਂ ਹੋਣਗੀਆਂ, ਜੋ ਆਪ ਹੀ ਦੇ ਧਿਆਨ ਵਿੱਚ ਆਈਆਂ ਹੋਣਗੀਆਂ। ਸਾਰੀਆਂ ਹੋਈਆਂ ਭੁੱਲਾਂ ਦੀ ਖਿਮਾ ਪਾਈ ਸੰਗਤ ਬਖਸ਼ਣਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ